Hello everyone, I welcome you all on official YouTube channel of VGM ਵਿਸ਼ਵ ਗਿਆਨ ਮੰਤਰਾ। ਮੈਂ ਤੁਹਾਡੇ ਸਾਰਿਆਂ ਦਾ ਵਿਸ਼ਵ ਗਿਆਨ ਮੰਤਰਾ ਦੇ official YouTube ਚੈਨਲ ਤੇ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ATT ਕੈਡਰ ਲਈ ATT ਨੋਟਸ ਅਰਾਊਂਡ ਲਈ ਜਿਹੜੀ ਹੈ ਓਪਨ MCQ ਸੀਰੀਜ਼ ਸਟਾਰਟ ਕੀਤੀ ਸੀ, ਜਿਸ ਦੇ ਹੁਣ ਤੱਕ ਜਿਹੜੀ ਅਸੀਂ 5 ਵੀਡੀਓਜ਼ ਡਿਸਕਸ ਕਰ ਚੁੱਕੇ ਹਾਂ, 5 ਪਾਰਟ ਹੋ ਚੁੱਕੇ ਆ। ਆਪਾਂ ਜਿਹੜੇ 100 ਕੁਐਸਚਨ ਉਹਦੇ ਡਿਸਕਸ ਕਰ ਚੁੱਕੇ ਹਾਂ। ਅੱਜ ਜਿਹੜਾ ਆਪਾਂ ਉਹਦਾ 6 ਪਾਰਟ ਕਰਨ ਜਾ ਰਹੇ ਹਾਂ। ਹੁਣ ਤੋਂ ਪਹਿਲਾਂ ਜਿਹੜੇ ਆਪਣੇ 100 ਕੁਐਸਚਨ ਡਿਸਕਸ ਹੋ ਚੁੱਕੇ ਨੇ, ਹੁਣ ਅੱਜ ਆਪਾਂ ਵੀਡੀਓ ਦਾ ਜਿਹੜਾ 6ਵਾਂ ਪਾਰਟ ਕਰਨ ਜਾ ਰਹੇ ਹਾਂ। ਦੇਖਦੇ ਹਾਂ ਜੀ ਅੱਜ ਦੀ ਵੀਡੀਓ ਦਾ ਆਪਣਾ ਪਹਿਲਾ ਕੁਐਸਚਨ ਕੀ ਹੈ। ਲੈਟ ਅਸ ਸੀ व्हाट इज आवर फर्स्ट क्वेश्चन। ਪੈਸੇ ਦੇ ਤੁਹਾਡੇ ਸਾਹਮਣੇ ਅੱਜ ਦਾ ਪਹਿਲਾ ਕੁਐਸਚਨ which is denatured spirit। ਕਹਿੰਦਾ ਇਹਨਾਂ ਵਿੱਚੋਂ ਕਿਹੜੀ ਜਿਹੜੀ ਹੈ denatured spirit ਹੈਗੀ ਹੈ। which is denatured spirit। ਦੇਖੋ ਜੀ denatured spirit ਕੀ ਹੁੰਦੀ ਹੈ ਜੀ, ਇਥੇਨੋਲ ਤੇ ਮਿਥੇਨੋਲ ਦਾ ਮਿਸ਼ਰਣ ਹੁੰਦੀ ਹੈ। ਇਥੇਨੋਲ ਤੇ ਮਿਥੇਨੋਲ ਦਾ ਮਿਸ਼ਰਣ ਹੁੰਦੀ ਹੈ। ਇਹਦੇ ਅੰਦਰ ਜਦੋਂ ਇਥੇਨੋਲ ਦੇ ਅੰਦਰ ਮਿਥੇਨੋਲ ਮਿਲਾਇਆ ਜਾਂਦਾ ਹੈ ਤਾਂ ਬਣਦੀ ਹੈ ਸਾਡੇ ਕੋਲ ਡੀਨੇਚਰਡ ਸਪਿਰਿਟ। ਹੁਣ ਆਪਾਂ ਦੇਖਦੇ ਹਾਂ ਮਿਲਾਇਆ ਕਿਉਂ ਜਾਂਦਾ ਹੈ, ਕੀ ਰੀਜ਼ਨ ਹੈ ਤੇ ਕਾਦੇ ਲਈ ਯੂਜ਼ ਹੁੰਦਾ ਹੈ। ਦੇਖੋ ਜੀ ਇਥੇਨੋਲ ਜਿਹੜਾ ਹੈ ਉਹ ਫੈਕਟਰੀਆਂ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਥੇਨੋਲ ਏਜ ਐਲਕੋਹਲ ਦਾ ਟਾਈਪ ਹੈ ਇਥੇਨੋਲ ਜਿਹੜੀ ਹੈ, ਜਿਹਨੂੰ ਫੈਕਟਰੀਆਂ ਵਿੱਚ ਕਾਫੀ ਮਾਤਰਾ ਵਿੱਚ ਯੂਜ਼ ਕੀਤਾ ਜਾਂਦਾ ਹੈ। ਪਰ ਜਿਹੜੀ ਜਨਤਾ ਹੈ, ਜਿਹੜੇ ਲੋਕ ਹੈ, ਉਹ ਇਹਨੂੰ ਡਰਿੰਕ ਲਈ ਵੀ ਯੂਜ਼ ਕਰਦੇ ਨੇ, ਐਲਕੋਹਲ ਕੇ ਡਰਿੰਕ ਕਰਦੇ ਨੇ। ਹੁਣ ਫੈਕਟਰੀਆਂ ਦੇ ਅੰਦਰ ਯੂਜ਼ ਹੁੰਦਾ ਤਾਂ ਇਥੇਨੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦਾ ਹੈ। ਜਦੋਂ ਹੈ ਇਥੇਨੋਲ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦਾ ਤਾਂ ਲੋਕ ਇਹਨੂੰ ਜ਼ਿਆਦਾ ਡਰਿੰਕ ਕਰਨ ਲਈ ਯੂਜ਼ ਕਰਦੇ ਨੇ। ਤੇ ਡਰਿੰਕਿੰਗ ਨੂੰ ਘਟਾਉਣ ਲਈ, ਤਾਂ ਕਿ ਇਸ ਦੀ ਡਰਿੰਕਿੰਗ ਘੱਟ ਹੋਵੇ ਜਾਂ ਫਿਰ ਇਹਦੀ ਬਲੈਕ ਜਿਹੜੀ ਮਾਰਕੀਟਿੰਗ ਘੱਟ ਹੋਵੇ, ਕਿਉਂਕਿ ਫੈਕਟਰੀਆਂ ਵਿੱਚੋਂ ਬਲੈਕ ਮਾਰਕੀਟਿੰਗ ਕਰਕੇ ਵੀ ਜਿਹੜੇ ਲੋਕ ਇਹਨੂੰ ਡਰਿੰਕ ਲਈ ਯੂਜ਼ ਕਰਦੇ ਨੇ। ਇਥੇਨੋਲ ਦੀ ਬਲੈਕ ਮਾਰਕੀਟਿੰਗ ਤੇ ਡਰਿੰਕ ਨੂੰ ਘਟਾਉਣ ਲਈ ਉਹਦੇ ਅੰਦਰ ਮਿਥੇਨੋਲ ਮਿਕਸ ਕੀਤੀ ਜਾਂਦੀ ਹੈ। ਕਿਉਂਕਿ ਮਿਥੇਨੋਲ ਜਿਹੜੀ ਹੈ ਉਹ ਪੋਇਜ਼ਨਸ ਹੁੰਦੀ ਹੈ। ਮਿਥੇਨੋਲ ਕੀ ਹੁੰਦੀ ਹੈ ਜੀ, ਪੋਇਜ਼ਨਸ ਹੁੰਦੀ ਹੈ। ਤੇ ਜਦੋਂ ਇਥੇਨੋਲ ਦੇ ਅੰਦਰ ਮਿਥੇਨੋਲ ਮਿਲਾ ਦਿੱਤੀ ਜਾਂਦੀ ਹੈ ਤਾਂ ਉਹ ਕਿ ਡਰਿੰਕੇਬਲ ਨਹੀਂ ਰਹਿੰਦੀ, ਤੇ ਬਾਈ ਚਾਂਸ ਜੇ ਇਹਨੂੰ ਡਰਿੰਕ ਕਰ ਵੀ ਲਵੇ ਤਾਂ ਇਨਸਾਨ ਜਿਹੜਾ ਹੈ ਬਲਾਈਂਡ ਹੋ ਜਾਂਦਾ ਹੈ ਜਾਂ ਫਿਰ ਉਹਦੀ ਡੈਥ ਹੋ ਜਾਂਦੀ ਹੈ। ਇਸੇ ਲਈ ਬਲੈਕ ਮਾਰਕੀਟਿੰਗ ਨੂੰ ਰੋਕਣ ਲਈ ਤੇ ਡਰਿੰਕਿੰਗ ਨੂੰ ਘਟਾਉਣ ਲਈ ਜਿਹੜੀ ਹੈ ਇਥੇਨੋਲ ਦੇ ਅੰਦਰ ਮਿਥੇਨੋਲ ਮਿਲਾਈ ਜਾਂਦੀ ਹੈ। ਹੁਣ ਦੇਖਦੇ ਆਪਣੇ ਕੋਲ ਆਪਸ਼ਨ ਹੈ ਕਿ ਇਥੇਨੋਲ ਓਨਲੀ, ਨਹੀਂ, ਇਥੇਨੋਲ ਐਂਡ ਮਿਥੇਨੋਲ 50%, ਇਥੇਨੋਲ ਐਂਡ ਮਿਥੇਨੋਲ 5% ਜਾਂ ਫਿਰ ਮਿਥੇਨੋਲ ਓਨਲੀ। ਇਹਨਾਂ ਵਿੱਚੋਂ ਜਿਹੜੀ ਆਪਣੇ ਕੋਲ ਕੀ ਹੋਏਗੀ, ਧਿਆਨ ਰੱਖਣ ਕੋਲ ਜਿਹੜੀ ਸਾਡੇ ਕੋਲ ਆਇਆ ਹੈ ਕਿ ਜਿਹੜੀ ਮਿਥੇਨੋਲ ਹੈ ਉਹ ਬਹੁਤ ਘੱਟ ਮਾਤਰਾ ਵਿੱਚ ਮਿਲਾਈ ਜਾਂਦੀ ਹੈ, ਉਹ ਸਿਰਫ 5% ਮਿਲਾਈ ਜਾਂਦੀ ਹੈ। ਤੇ ਡੀਨੇਚਰਡ ਸਪਿਰਿਟ ਕੀ ਹੁੰਦੀ ਹੈ ਸਾਡੇ ਕੋਲ ਜੀ, ਇਥੇਨੋਲ ਐਂਡ ਮਿਥੇਨੋਲ 5%। ਕੀ ਹੈ ਜੀ, ਮਿਥੇਨੋਲ ਓਨਲੀ 5%, ਇਥੇਨੋਲ ਐਂਡ ਮਿਥੇਨੋਲ 5%। ਆਪਸ਼ਨ ਨੰਬਰ ਸੀ ਜਿਹੜੀ ਜੀ ਸਾਡੇ ਕੋਲ ਇਸ ਦੀ ਕਰੈਕਟ ਆਪਸ਼ਨ ਬਣਦੀ ਹੈ। ਦੇਖਦੇ ਹਾਂ ਜੀ ਆਪਣਾ ਅਗਲਾ ਨੈਕਸਟ ਕੁਐਸਚਨ ਕੀ ਹੈ ਜੀ। ਅੱਜ ਦਾ ਦੂਸਰਾ ਕੁਐਸਚਨ ਹੈ ਜੀ, ਨੈਪਥਲੀਨ ਕੈਨ ਬੀ ਸੈਪਰੇਟਡ ਫਰੋਮ ਸੈਂਡ। ਕਹਿੰਦੇ ਨੈਪਥਲੀਨ ਨੂੰ ਜਿਹੜੀ ਹੈ ਮਿੱਟੀ ਤੋਂ ਅਲੱਗ ਕਿਵੇਂ ਕੀਤਾ ਜਾ ਸਕਦਾ ਹੈ। ਨੈਪਥਲੀਨ ਨੂੰ ਜਿਹੜੇ ਹੈ ਸੈਂਡ ਤੋਂ ਸੈਪਰੇਟ ਕਿਵੇਂ ਕੀਤਾ ਜਾਂਦਾ ਹੈ। ਜੇ ਸੈਂਡ ਦੇ ਅੰਦਰ ਨੈਪਥਲੀਨ ਮਿਕਸ ਹੋ ਜਾਵੇ ਤਾਂ ਉਸ ਦੀ ਸੈਪਰੇਸ਼ਨ ਕਿਵੇਂ ਹੁੰਦੀ ਹੈ। ਆਪਸ਼ਨ ਏ ਹੈ ਜੀ ਬਾਈ ਸਬਲੀਮੇਸ਼ਨ, ਆਪਸ਼ਨ ਬੀ ਹੈ ਜੀ ਬਾਈ ਡਿਸਟਿਲੇਸ਼ਨ, ਆਪਸ਼ਨ ਸੀ ਹੈ ਜੀ ਬਾਈ ਕ੍ਰਿਸਟਲਾਈਜੇਸ਼ਨ, ਆਪਸ਼ਨ ਡੀ ਹੈ ਜੀ ਬਾਈ ਯੂਜ਼ਿੰਗ ਵਾਟਰ ਐਜ਼ ਅ ਸੋਲਵੈਂਟ। ਪਾਣੀ ਨੂੰ ਘੋਲ ਦੇ ਰੂਪ ਵਿੱਚ ਵਰਤ ਕੇ, ਜ਼ੋਹਰ ਉਡਾ ਕੇ, ਡਿਸਟਿਲੀਕਰਨ ਰਾਹੀਂ ਜਾਂ ਫਿਰ ਕ੍ਰਿਸਟਲੀਕਰਨ ਰਾਹੀਂ ਜਿਹੜੀ ਹੈ ਨੈਪਥਲੀਨ ਜਿਹੜੀ ਹੈ ਉਹ ਮਿੱਟੀ ਤੋਂ ਵੱਖ ਕੀਤੀ ਜਾਂਦੀ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਨੈਪਥਲੀਨ ਜਿਹੜੀ ਹੁੰਦੀ ਹੈ ਆ ਜਿਹੜੀ ਸਬਲੀਮਾਈਟ ਹੋ ਜਾਂਦੀ ਹੈ ਜੀ। ਨੈਪਥਲੀਨ ਕੀ ਹੈ ਜੀ, ਸਬਲੀਮਾਈਟ ਹੋ ਜਾਂਦੀ ਹੈ। ਸਬਲੀਮਾਈਟ ਤੁਸੀਂ ਸਾਰੇ ਜਾਣਦੇ ਹੋਵੋਗੇ, ਜੋਹਰ ਉੱਡਣਾ ਜਿਹਨੂੰ ਪੰਜਾਬੀ ਦੇ ਅੰਦਰ ਆਪਾਂ ਕਹਿੰਦੇ ਹਾਂ ਜੋਹਰ ਉੱਡਣਾ। ਮੀਨ ਟੂ ਸੇ ਦੈਟ ਕਿ ਸੋਲਿਡ ਟੂ ਡਾਇਰੈਕਟ ਗੈਸ ਦੇ ਅੰਦਰ ਬਦਲ ਜਾਣਾ, ਉਸਨੂੰ ਕੀ ਕਹਿੰਦੇ ਆ, ਸਬਲੀਮੇਸ਼ਨ। ਤਾਂ ਨੈਪਥਲੀਨ ਸਬਲੀਮੇਸ਼ਨ ਹੋ ਜਾਂਦਾ ਹੈ। ਨੈਪਥਲੀਨ ਜਿਹੜੀ ਹੈ ਸਬਲੀਮਾਈਟ ਹੋ ਜਾਂਦੀ ਹੈ। ਇਹਦੇ ਲਈ ਇਹਨੂੰ ਮਿੱਟੀ ਤੋਂ ਵੱਖ ਕਰਨ ਲਈ ਕੀ ਕੀਤਾ ਜਾਂਦਾ ਹੈ, ਸਬਲੀਮੇਸ਼ਨ ਕੀਤਾ ਜਾਂਦਾ ਹੈ। ਕੀ ਕੀਤਾ ਜਾਂਦਾ ਹੈ ਜੀ, ਸਬਲੀਮੇਸ਼ਨ ਕੀਤਾ ਜਾਂਦਾ ਹੈ। ਵਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਨੈਕਸਟ ਕੁਐਸਚਨ ਹੈ ਤੁਹਾਡੇ ਸਾਹਮਣੇ, ਸੋਡੀਅਮ ਕਾਰਬੋਨੇਟ ਇਜ਼ ਬੇਸਿਕ ਸਾਲਟ ਬਿਕੋਜ਼ ਇਟ ਇਜ਼ ਅ ਸਾਲਟ ਆਫ। ਕਹਿੰਦਾ ਕਿ ਸੋਡੀਅਮ ਕਾਰਬੋਨੇਟ ਜਿਹੜਾ ਉਹ ਬੇਸਿਕ ਸਾਲਟ ਹੈ, ਖਾਰੀ ਲੂਣ ਹੈ। ਠੀਕ ਹੈ ਜੀ, ਕਿਉਂਕਿ ਉਹ ਕਿਸ ਚੀਜ਼ ਦਾ ਲੂਣ ਹੈ। ਆਪ ਪੁੱਛ ਰਹੇ ਹੋ ਕਿਸ ਚੀਜ਼ ਦਾ ਸਾਲਟ ਹੈ। ਦੇਖੋ ਇੱਕ ਪਾਸੇ ਆਪਾਂ ਕਹਿੰਦੇ ਹਾਂ ਜੀ ਸਾਲਟ ਨਿਊਟਰਲ ਹੁੰਦੇ ਨੇ, ਸਾਲਟ ਨਿਊਟਰਲ ਹੁੰਦੇ ਨੇ, ਨਾ ਐਸਿਡਿਕ ਤੇ ਨਾ ਬੇਸਿਕ। ਪਰ ਕੁਝ ਸਾਲਟ ਜਿਹੜੇ ਹੈ ਉਹ ਬੇਸਿਕ ਵੀ ਹੁੰਦੇ ਨੇ ਤੇ ਕੁਝ ਸਾਲਟ ਜਿਹੜੇ ਹੈ ਐਸਿਡਿਕ ਵੀ ਹੁੰਦੇ ਨੇ। ਕੀ ਰੀਜ਼ਨ ਹੁੰਦਾ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ। ਕੋਈ ਵੀ ਸਾਲਟ ਬੇਸਿਕ ਕਦੋਂ ਹੁੰਦਾ ਹੈ, ਕੋਈ ਵੀ ਸਾਲਟ ਬੇਸਿਕ ਉਦੋਂ ਹੁੰਦਾ ਹੈ ਜਦੋਂ ਉਹਦੇ ਅੰਦਰ ਐਸਿਡ ਵੀਕ ਹੋਵੇ। ਦੇਖੋ ਸਾਲਟ ਬੰਦਾ ਕਰ ਲੈਣਾ ਐਸਿਡ ਤੇ ਬੇਸ ਨਾਲ, ਵੀਕ ਐਸਿਡ ਹੋਵੇ ਬਟ ਸਟਰੋਂਗ ਜਿਹੜਾ ਆਪਣੇ ਕੋਲ ਸਟਰੋਂਗ ਜਿਹੜਾ ਹੈ ਬੇਸ ਹੋਵੇ। ਸਟਰੋਂਗ ਬੇਸ ਤੇ ਵੀਕ ਐਸਿਡ ਹੋਵੇ
ਤਾਂ ਜਿਹੜਾ ਸਾਲਟ ਬਣੇਗਾ ਇਹਨਾਂ ਦੋਵਾਂ ਤੋਂ ਮਿਲਾ ਕੇ ਉਹ ਕੀ ਬਣੇਗਾ ਸਾਡੇ ਕੋਲ ਬੇਸਿਕ ਸਾਲਟ ਬਣੇਗਾ। ਵੀਕ ਐਸਿਡ ਸਟਰੋਂਗ ਬੇਸ ਬੇਸਿਕ ਸਾਲਟ। ਜੇ ਇਸੇ ਜਗ੍ਹਾ ਆ ਹੋਵੇ ਵੀਕ ਬੇਸ ਹੋਵੇ, ਬੇਸ ਜਿਹੜਾ ਸਾਡੇ ਕੋਲ ਵੀਕ ਹੋਵੇ ਪਰ ਐਸਿਡ ਸਟਰੋਂਗ ਹੋਵੇ, ਐਸਿਡ ਕੀ ਹੋਵੇ ਜੀ ਸਟਰੋਂਗ ਐਸਿਡ ਹੋਵੇ, ਤਾਂ ਇਹਨਾਂ ਦੋਨੋਂ ਨੂੰ ਮਿਲਾ ਕੇ ਬਣਦਾ ਜੀ ਸਾਡੇ ਕੋਲ ਐਸਿਡਿਕ ਸਾਲਟ। ਕੀ ਬਣਦਾ ਹੈ ਜੀ ਐਸਿਡਿਕ ਸਾਲਟ ਬਣਦਾ ਹੈ। ਤੁਸੀਂ ਕਮੈਂਟ ਸੈਕਸ਼ਨ 'ਚ ਇੱਕ ਐਸਿਡਿਕ ਸਾਲਟ ਦੀ ਜਿਹੜੀ ਐਗਜ਼ਾਮਪਲ ਦੇਣੀ ਹੈ। ਹੁਣ ਆਪਣੇ ਕੋਲ ਕਹਿੰਦੇ ਕਿ ਸੋਡੀਅਮ ਕਾਰਬੋਨੇਟ ਬੇਸਿਕ ਸਾਲਟ ਹੈ, ਤਾਂ ਕਿਸ ਨਾਲ ਮਿਲ ਕੇ ਬਣਿਆ ਹੋਏਗਾ ਜੀ ਆ ਜਿਹੜਾ ਸਾਡੇ ਕੋਲ ਬਣਿਆ ਹੋਏਗਾ ਵੀਕ ਐਸਿਡ ਤੇ ਸਟਰੋਂਗ ਬੇਸ ਨਾਲ। ਆਪਸ਼ਨ ਨੰਬਰ ਡੀ ਜਿਹੜੀ ਕਰੈਕਟ ਹੈ ਵੀਕ ਐਸਿਡ ਐਂਡ ਸਟਰੋਂਗ ਬੇਸ। ਉਵੇਂ ਤੁਹਾਨੂੰ ਦੱਸ ਦਿੰਦੇ ਆ ਜੀ ਸੋਡੀਅਮ ਕਾਰਬੋਨੇਟ ਕਿਹੜੇ ਬੇਸ ਤੇ ਐਸਿਡ ਨਾਲ ਬਣਦਾ ਹੈ। ਸੋਡੀਅਮ ਕਾਰਬੋਨੇਟ ਬਣਾਉਣ ਲਈ ਜੀ ਸਾਡੇ ਕੋਲ ਜਿਹੜਾ ਹੈ ਵੀਕ ਜਿਹੜਾ ਹੈ ਐਸਿਡ ਹੁੰਦਾ ਹੈ ਉਹ ਹੈ ਜੀ ਕਾਰਬੋਨਿਕ ਐਸਿਡ। ਜਿਹੜਾ ਇਹਦੇ ਲਈ ਕੀ ਹੈ ਜਿਹੜਾ ਵੀਕ ਐਸਿਡ ਹੁੰਦਾ ਜੀ ਉਹ ਯੂਜ਼ ਹੁੰਦਾ ਹੈ ਕਾਰਬੋਨਿਕ ਐਸਿਡ, ਜਿਹਦਾ ਫਾਰਮੂਲਾ ਹੈ CH2CO3। ਇਹਨੂੰ ਕੀ ਕਹਿੰਦੇ ਆ ਜੀ ਕਾਰਬੋਨਿਕ ਐਸਿਡ। ਕਾਰਬੋਨਿਕ ਐਸਿਡ प्लस जी स्ट्रोंग बेस केड़ा यूज हुंदा जी ਇਹਦੇ ਲਈ ਹੁੰਦਾ ਜੀ सोडियम हाइड्रोऑक्साइड। सोडियम हाइड्रोऑक्साइड केड़ा हुंदा है जी सोडियम हाइड्रोऑक्साइड। ਜਦੋਂ सोडियम हाइड्रोऑक्साइड ਤੇ ਕਾਰਬੋਨਿਕ ਐਸਿਡ ਮਿਲਦੇ ਨੇ ਤਾਂ ਕੀ ਬਣਦਾ ਹੈ ਸਾਡੇ ਕੋਲ ਬੇਸਿਕ ਸਾਲਟ ਬਣਦਾ ਹੈ ਜੀ सोडियम कार्बोनेट Na2CO3। सोडियम कार्बोनेट Na2CO3 ਤੇ ਜਿਹੜੇ ਇਹਦੇ ਨਾਲ ਵਾਟਰ ਜਿਹੜਾ ਹੈ ਉਹ ਰਿਲੀਜ਼ ਹੁੰਦਾ है। ਤਾਂ ਇਹਦੀ ਜਿਹੜੀ ਕੈਮੀਕਲ ਇਕੁਏਸ਼ਨ ਆਪਣੇ ਕੋਲ सोडियम कार्बोनेट ਕਿਹੜਾ ਸਾਲਟ ਹੈ ਜੀ ਬੇਸਿਕ ਸਾਲਟ ਹੈ ਕਿਉਂਕਿ ਇਹਦੇ ਅੰਦਰ ਕੀ ਹੈ स्ट्रोंग ਜਿਹੜਾ ਹੈ ਬੇਸ ਯੂਜ਼ ਹੁੰਦਾ है। ਵਧਦੇ ਆਪਣੇ ਅਗਲੇ ਕੁਐਸਚਨ ਵੱਲ। ਪੇਸ਼ ਹੈ ਜੀ ਤੁਹਾਡੇ ਸਾਹਮਣੇ ਇਸ ਦਾ ਚੌਥਾ ਕੁਐਸਚਨ। ਕਹਿੰਦਾ ਜੀ ਵਿਚ ਆਫ ਫੋਲੋਇੰਗ ਪੇਅਰ ਐਲੀਮੈਂਟ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਪੇਅਰ ਆਫ ਐਲੀਮੈਂਟ ਹੈ ਜਿਨ੍ਹਾਂ ਦਾ ਮੋਲ ਰੇਸ਼ੋ 1:1 ਹੈ। ਕੀ ਹੈ ਜੀ ਮੋਲ ਰੇਸ਼ੋ 1:1 ਆਏਗਾ। ਪਹਿਲਾਂ ਆਪਾਂ ਸਾਰੇ ਦੇ ਅੰਦਰ ਮੋਲ ਚੈੱਕ ਕਰ ਲੈਂਦੇ ਆ ਜੀ ਕਿੰਨੇ ਆਉਂਦੇ ਆ। ਪਹਿਲਾ ਜੀ 10 ਗ੍ਰਾਮ ਕੈਲਸ਼ੀਅਮ। देखो मोल कड्डन दा जनरल फार्मूला जेड़ा है वो किंदा है जी अपने कोल गिवन मास डिवाइड बाय एक्चुअल मास। गिवन मास डिवाइड बाय एक्चुअल मास। ठीक है जी। हुण देखो कैल्शियम दा गिवन मास कितना अपने कोल 10 ग्राम। एक्चुअल मास कितना हुंदा जी 40 डिवाइड करांगे कितना है जी 0.25। फिर इहदे नाल की है मैग्नीशियम। मैग्नीशियम दा जी अपने कोल कितना दिता है जी 12। इहदा एक्चुअल मास कितना हुंदा जी 24 डिवाइड करांगे जी अपने को 1/2 0.5। ਇਹਨਾਂ ਦੋਵਾਂ ਨੂੰ ਜੇ ਆਪਾਂ ਮਿਕਸ ਕਰੇ ਰੇਸ਼ੋ ਕੱਢੀਏ ਤਾਂ 1:1 ਜਿਹੜਾ ਨਹੀਂ ਆਂਦਾ। ਆਪਸ਼ਨ ਏ ਜਿਹੜੀ ਸਾਡੇ ਕੋਲ ਇਨਕਰੈਕਟ ਹੈ। ਆਪਸ਼ਨ ਨੰਬਰ ਬੀ ਹੈ ਜੀ 12 ਗ੍ਰਾਮ ਮੈਗਨੀਸ਼ੀਅਮ 6 ਗ੍ਰਾਮ ਕਾਰਬਨ। ਹੁਣ ਦੇਖੋ 12 ਗ੍ਰਾਮ ਮੈਗਨੀਸ਼ੀਅਮ ਚ ਕਿੰਨੇ ਹੈ 0.5। 6 ਗ੍ਰਾਮ ਕਾਰਬਨ ਚ ਕਿੰਨੇ ਹੋਣਗੇ ਜੀ ਗਿਵਨ ਮਾਸ 6 ਕਾਰਬਨ ਦਾ ਐਟੋਮਿਕ ਹੁੰਦਾ ਹੈ 12 1/2 ਕਿੰਨਾ ਹੈ ਜੀ 0.5। ਦੋਨੋਂ ਸੇਮ ਆ ਰਹੇ ਨੇ ਤਾਂ ਕੀ ਬਣ ਰਿਹਾ ਜੀ 1:1। ਤਾਂ ਇਹਦੇ ਆਪਸ਼ਨ ਨੰਬਰ ਬੀ ਜਿਹੜੀ ਇਹਦੀ ਸਾਡੇ ਕੋਲ ਕਰੈਕਟ ਆਪਸ਼ਨ ਬਣਦੀ ਹੈ। 12 ਗ੍ਰਾਮ ਮੈਗਨੀਸ਼ੀਅਮ ਤੇ 6 ਗ੍ਰਾਮ ਕਾਰਬਨ ਦੇ ਵਿੱਚ ਮੋਲ ਰੇਸ਼ੋ ਕੀ ਹੈ 1:1 ਹੈਗੀ ਹੈ। ਇਹ ਵੀ ਨਹੀਂ ਹੋਏਗਾ 12 ਗ੍ਰਾਮ ਕਾਰਬਨ ਤੇ 20 ਗ੍ਰਾਮ ਕੈਲਸ਼ੀਅਮ ਵੀ ਨਹੀਂ ਹੋਗਾ ਕਿਉਂਕਿ 20 ਗ੍ਰਾਮ ਕੈਲਸ਼ੀਅਮ ਦੇ ਅੰਦਰ ਜਿਹੜੇ ਸਾਡੇ ਕੋਲ ਹੁੰਦੇ ਆ ਜੀ ਹਾਫ ਮੋਲ ਤੇ 12 ਗ੍ਰਾਮ ਕਾਰਬਨ ਚ ਹੁੰਦਾ ਜੀ 1 ਮੋਲ। ਇਹ ਵੀ 1:1 ਨਹੀਂ ਹੈ ਤਾਂ ਆਪਣੇ ਆਪਸ਼ਨ ਨੰਬਰ ਬੀ ਜਿਹੜੀ ਜੀ ਉਹ ਕੀ ਹੈ ਕਰੈਕਟ ਆਪਸ਼ਨ ਹੈ। ਹੁਣ ਵਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਸਾਡੇ ਕੋਲ ਕੁਐਸਚਨ ਨੰਬਰ 5। ਇਫ ਮਾਸ ਆਫ ਅ ਬੋਡੀ ਇਜ਼ ਡਬਲ, ਕਹਿੰਦਾ ਕਿਸੇ ਵਸਤੂ ਦੇ ਜੇ ਪੁੰਜ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਇਟਸ ਕਾਈਨੇਟਿਕ એનર્ਜੀ ਆਲਸੋ ਗੈਟ, ਤਾਂ ਉਸ ਦੀ ਗਤਿਜ ਊਰਜਾ ਹੋ ਜਾਂਦੀ ਹੈ। ਕਿਸੇ ਵਸਤੂ ਦੇ ਪੁੰਜ ਨੂੰ ਦੁੱਗਣਾ ਕਰਨ ਤੇ ਉਸ ਦੀ ਗਤਿਜ ਊਰਜਾ ਤੇ ਕੀ ਇਫੈਕਟ ਪੈਂਦਾ ਹੈ ਜੀ। ਤਾਂ ਪਹਿਲਾਂ ਆਪਾਂ ਫਾਰਮੂਲਾ ਦੇਖਦੇ ਹਾਂ ਜੀ ਸਾਡੇ ਕੋਲ ਗਤਿਜ ਊਰਜਾ ਦਾ ਫਾਰਮੂਲਾ ਕੀ ਹੈ। ਗਤਿਜ ਊਰਜਾ ਦਾ ਫਾਰਮੂਲਾ ਜੀ ਸਾਡੇ ਕੋਲ ਹਾਫ mv ਸਕੁਅਰ। ਹਾਫ mv ਸਕੁਅਰ ਹੈ ਜੀ ਸਾਡੇ ਕੋਲ ਗਤਿਜ ਊਰਜਾ ਦਾ ਫਾਰਮੂਲਾ। ਠੀਕ ਹੈ ਜੀ। ਹੁਣ ਦੇਖੋ ਜੀ ਆਪਾਂ ਨੇ ਕੀ ਕਿਹਾ ਨੇ ਕਿਹਾ ਕਿ ਮਾਸ ਨੂੰ ਡਬਲ ਕੀਤਾ ਹੈ। ਜਦੋਂ ਮਾਸ ਨੂੰ ਦੁੱਗਣਾ ਕਰਾਂਗੇ, ਜੇ ਮਾਸ ਨੂੰ ਦੁੱਗਣਾ ਕਰ ਦਿੱਤਾ ਤਾਂ ਜਿਹੜੀ ਕਾਈਨੇਟਿਕ એનર્ਜੀ ਵੀ ਕੀ ਹੈ ਜੀ ਸਾਡੇ ਕੋਲ ਦੁੱਗਣੀ ਹੋ ਜਾਏਗੀ। ਪਹਿਲਾਂ ਕਿੰਨੀ ਸੀ ਹਾਫ ਸੀ, ਹੁਣ ਕਿੰਨੀ ਹੋ ਗਈ 1 mv ਸਕੁਅਰ। ਤਾਂ ਕੀ ਹੋਇਆ ਜਦੋਂ ਮਾਸ ਨੂੰ ਦੁੱਗਣਾ ਕੀਤਾ ਤਾਂ ਕਾਈਨੇਟਿਕ એનર્ਜੀ ਵੀ ਕੀ ਹੈ ਜੀ ਸਾਡੇ ਕੋਲ ਦੁੱਗਣੀ ਹੋ ਗਈ। ਤੇ ਯਾਦ ਰੱਖਿਓ ਜਦੋਂ ਵੀ ਮਾਸ ਬੋਡੀ ਦਾ ਡਬਲ ਕਰਾਂਗੇ ਤਾਂ ਕਾਈਨੇਟਿਕ એનર્ਜੀ ਵੀ ਕੀ ਹੈ ਜੀ डबल हो जाएगी। ऑप्शन नंबर बी यदि करेक्ट है। याद रखियो मास ते काइनेटिक एनर्जी, जे मास डबल काइनेटिक एनर्जी डबल, मास हाफ काइनेटिक एनर्जी भी हाफ, मास ट्रिपल टाइम काइनेटिक एनर्जी भी ट्रिपल टाइम 3 गुणा। जिन्ने गुणा मास बढ़ेगा जिन्ने गुणा पुंज बढ़ेगा उन्ने ही गुणा ਜਿਹੜੀ ਸਾਡੇ ਕੋਲ ਗਤਿਜ ਊਰਜਾ
वध जाएगी। ठीक है जी। पर जे इसी जगह आपां नूं कहंदे वेलोसिटी, जे इसे क्वेश्चन च आपां नूं कहंदे वेग, जे वेलोसिटी दुगनी हुई, जे वेलोसिटी दुगनी कीती तां कार्बन जिहड़ी काइनेटिक एनर्जी वो 4 गुणा, जे वेलोसिटी 3 गुणा कर जिहड़ी काइनेटिक एनर्जी 9 गुणा स्केयर हुंदा है, क्योंकि इत्थे की है v स्केयर है साडे कोल। जे वेग दी गल कर रहे हैं तो ओदी स्केयर टाइम कर देना है, जे मास दी गल करिए तो सेम रहेगा जी। ते इहदे लई इत्थे मास पूछिया सी ते मास डबल कीता तां काइनेटिक एनर्जी भी की है जी साडे कोल डबल हो जावेगी। ते काइनेटिक एनर्जी कादे अंदर मापदे हां जी आपां, एनर्जी दा इसका यूनिट की है जी साडे कोल जाउल, जिहनूं आपां कहंदे हां जूल। तुसीं सारिआं ने दसना है कि जिहड़ा एनर्जी दा यूनिट है जाउल आ किहड़े साइंटिस्ट दे नाम तो लिया गया है, किहड़े साइंटिस्ट दे नाम तो जिहड़ा आ वर्ड चक्या गया है। बढ़ते हैं जी अपने अगले क्वेश्चन, क्वेश्चन नंबर 6। Which of following statement are true for pure substances? इन्हां विचों किहड़े कथन शुद्ध पदार्थ लई सही हन? पहला जी साडे कोल प्योर सबसटेंस कंटेन ओनली वन काइंड ऑफ पार्टिकल्स, कहंदा जी शुद्ध पदार्थ विच इक्को तरह दे तत्व हुंदे ने। दूजा जी प्योर सबसटेंस में भी कंपाउंड और मिक्सचर, कहंदे जिहड़े शुद्ध पदार्थ यौगिक ते मिश्रण हो सकते ने। तीजा जी प्योर सबसटेंस हैव द सेम कंपोजिशन थ्रू आउट, कहंदा जिहड़ा शुद्ध पदार्थ है ओदी सारे सैंपल दे अंदर कंपोजिशन समान हुंदी है जी। प्योर सबसटेंस कैन बी एक्सपेंडिफाइड बाय ऑल एलिमेंट अदर देन निकल, कहंदे निकल तो इलावा सारे तत्व जिहड़े हैगे आ ओ शुद्ध पदार्थ ने। किहड़े दो कथन इहदे अंदर सही है जी? देखो पहला कथन बिल्कुल सही है, जिहड़े साडे कोल शुद्ध पदार्थ हो इक्को तरह दे तत्व तो मिलके बने हुंदे ने। दूजा कथन साडे कोल सही नहीं है, क्योंकि शुद्ध पदार्थ दे अंदर मिश्रण नहीं आंदे, सिर्फ एलिमेंट ते कंपाउंड आंदे ने, एलिमेंट एंड कंपाउंड तत्व अते यौगिक आंदे ने। तीजा जी साडे कोल प्योर सबसटेंस हैव सेम कंपोजिशन थ्रू आउट ऑल, कहंदे हां जी बिल्कुल सही है, शुद्ध पदार्थ दे अंदर जिहड़ा पूरा शुद्ध पदार्थ है ओदे अंदर सारे सैंपल दे अंदर सेम कंपोजिशन हुंदी है। चौथा कहंदा जी निकल तो इलावा सारे प्योर सबसटेंस ने। देखो निकल की एक एलिमेंट है, निकल की एक एलिमेंट है, जो एलिमेंट है तो प्योर सबसटेंस तो अपने आप ही हो गया। तो आप पॉइंट भी क्या साडा जेड़ा जी गलत है, ते अपने पॉइंट केड़े सही ने, केड़ा कथन सही है? पहला ते तीजा कथन साडे कोल बिल्कुल सही है जी। ते ऑप्शन नंबर जेड़ी अपने कोल दी बी बनदी है फर्स्ट एंड थर्ड। ऑप्शन नंबर बी जेड़ी है इस दी अपने कोल करेक्ट ऑप्शन है जी। हुण वधदे हां जी नेक्स्ट क्वेश्चन वाल। अज दा अगला क्वेश्चन पेश है तुहाडे सामने। यूरेनियम 235 विल अंडरगो फिजन, कहंदा जेड़ा यूरेनियम 235 है वो फिजन करदा है, किस तरह नाल करदा है? लो एनर्जी न्यूट्रॉन्स राही, हाई एनर्जी न्यूट्रॉन राही, मीडियम एनर्जी न्यूट्रॉन राही या लो एनर्जी प्रोटॉन राही, किहना द्वारा क्या है इहदे अंदर जेड़ी है फिजन है हुंदी है। तो जेड़ा जी इहदे कोल दा साडे कोल करेक्ट ऑप्शन होएगी जी वो है जी लो एनर्जी न्यूट्रॉन ਲਈ। ਕਹਿੰਦਾ ਜਦੋਂ ਆਪਾਂ यूरेनियम ਦੇ 235 मान ਆਪਣੇ ਕੋਲ ਹੈਗਾ ਇਸ ਰੋਬ ਇਹਨੂੰ ਜਦੋਂ ਆਪਾਂ लो एनर्जी न्यूट्रॉन नाल जेड़ा है करांगे तो ये जेड़ा है स्प्लिट हो जाएगा ते हाई एनर्जी जेड़ी है बाहर काफी मात्रा विच ऊर्जा जेड़ी है पैदा होवेगी। याद रखियो जेड़े हैवी न्यूक्लियस जिन्हां ते की है जी न्यूक्लियस के काफी हैवी हुंदे ने। यूरेनियम 235 दा जेड़ा न्यूक्लियस वो काफी हैवी हुंदा है ते जदों इहनूं लो एनर्जी न्यूट्रॉन नाल जेड़ा है जदों स्प्लिट कर दे मिलाया जांदा है तां आके स्प्लिट हो जांदा है, क्यों जी स्प्लिट हो जांदा है ते बहुत मात्रा विच ऊर्जा पैदा हुंदी है। तो करेक्ट ऑप्शन है जी साडे कोल ऑप्शन नंबर ए लो एनर्जी न्यूट्रॉन्स ओनली। की है जी लो एनर्जी न्यूट्रॉन्स ओनली। बढ़ते हैं जी अपने अगले क्वेश्चन वाल। पेश है जी तुहाडे सामने आज दा नेक्स्ट क्वेश्चन। इफ वी ब्रीड ए ग्रुप ऑफ स्क्विरल्स एंड सर्जिकली रिमूव देयर टेल्स, कहंदा कि एक जे आपां एक स्क्विरल्स दा ग्रुप ले लिया ते सर्जरी करके उन्हां सारियां दी टेल्स रिमूव करती, किसी दे भी जेहड़ी टेल नहीं छड्डी गई, then amongst the progeny of these tailless squirrels, कहंदे कि जेडे इन्हां tailless squirrels दे अगे प्रोजेनी होएगी, अगे जेडे इन्हां दे ऑफस्प्रिंग्स होणगे, अगे इन्हां दे बच्चे होणगे, उन्हां दी की खासियत होवेगी? all have no tail, किसे दे भी पूंछ नहीं होएगी। all have a tail, हर एक दे पूंछ होवेगी। some have tail, कुछ दे पूंछ होवेगी। या कैन नॉट बी डिटरमाइंड, साडे तो सानू कुछ नहीं पता जी, जदों पैदा होणगे उदों देखांगे। ते इहदी करेक्ट ऑप्शन अपने कोल की बनेगी? देखो ਆਪਾਂ ਸਰਜਰੀ ਰਾਹੀਂ ਉਹਨਾਂ ਦੀ ਪੂਛ ਨੂੰ ਅਲੱਗ ਕੀਤਾ ਹੈ, ਉਹ ਇਨਹੈਰਿਟਡ ਨਹੀਂ ਹੋਏਗੀ, ਉਹ ਅੱਗੇ ਹੈਰੀਡਿਟੀ ਰਾਹੀਂ ਅੱਗੇ ਜਿਹੜੀ ਆ ਉਹ ਜਿਹੜੀ ਆ ਨਹੀਂ ਦਿੱਤੀ ਜਾਵੇਗੀ। ਤੇ ਉਹਨਾਂ ਦੇ ਜਿਹੜੀ ਆਲ ਹੈਵ ਨੋ ਟੇਲ ਬਿਲਕੁਲ ਗਲਤ, ਆਲ ਹੈਵ ਟੇਲ ਬਿਲਕੁਲ ਸਹੀ ਹੈ ਜੀ। ਉਹਨਾਂ ਦੇ ਸਾਰਿਆਂ ਦੀ ਪੂਛ ਹੋਵੇਗੀ ਕਿਉਂਕਿ ਆਪਾਂ ਸਰਜਰੀਕਲੀ ਰਿਮੂਵ ਕੀਤਾ ਹੈ ਤੇ ਇਹਦਾ ਜਿਹੜਾ ਇਨਹੈਰਿਟਡ ਗੁਣ ਜਿਹੜਾ ਹੈ ਉਹ ਨਹੀਂ ਬਣੇਗਾ।
सम वाला भी नहीं, कैन नॉट डिटरमाइन तो होना ही नहीं। तो ऑप्शन नंबर बी जी है अपने को करेक्ट आंसर बनती है। ਇਹਦਾ करेक्ट है जी आल हैव ए टेल, हरेक ਦੇ ਇੱਕ पूछ ਹੋਵੇਗੀ। नेक्स्ट क्वेश्चन है जी साडे कोल, ए पीस ऑफ वुड इज हेल्ड अंडर वाटर। कहंदे एक लकड़ी ਦਾ ਜਿਹੜਾ ਟੁਕੜਾ ਹੈ ਉਹ ਪਾਣੀ ਦੇ ਥੱਲੇ ਹੈ। दी अपथ्रस्ट ऑन इट, कहंदे ਜਿਹੜੇ ਇਸ ਉੱਪਰ ਅਪਥਰਸਟ ਲੱਗਦੀ ਹੈ ਉਹ ਕਿੰਨੀ ਹੋਵੇਗੀ। ਇਸ ਉੱਪਰ ਜਿਹੜਾ ਉਛਾਲ ਬਲ ਲੱਗ ਰਿਹਾ ਹੈ ਉਹ ਕਿੰਨਾ ਹੋਵੇਗਾ, ਕਿੰਨਾ ਜਿਹੜਾ ਇਹਦੇ ਤੇ ਉਛਾਲ ਬਲ ਲੱਗੇਗਾ। ऑप्शन है जी इक्वल टू दी वेट ऑफ वुड, ਜਿਹੜਾ ਉਹ ਲੱਕੜੀ ਦਾ ਭਾਰ ਉਸ ਦੇ ਬਰਾਬਰ, ਲੈਸ देन वेट ऑफ वुड, ਲੱਕੜੀ ਦੇ ਭਾਰ ਤੋਂ ਘੱਟ, मोर देन वेट ऑफ वुड, लकड़ी के भार तो ज्यादा, या फिर जीरो। कहना देखो आगे पानी दे अंदर है, हेल्ड अंडर वाटर, पानी दे अंदर है ना कि बाहर है, ते उछाल बल कितना लगेगा। ते जदों पानी दे अंदर होएगी तां जेड़ा वेट है, जेड़ा उछाल बल है वो क्या वेट तो वध लगदा है। जदों पानी दे हेल्ड दे पानी दे थल्ले किसी चीज नूं हेल्ड कीता है तां जेड़ा उछाल बल लगदा है जी वो उसते ज्यादा लगदा है, ना कि लेस लगदा है ते ना ही इक्वल। जीरो होएगा नहीं जी। करेक्ट ऑप्शन बनेगी जी तुहाडे कोल ऑप्शन नंबर सी, मोर देन द वेट ऑफ वुड। नेक्स्ट क्वेश्चन है जी साडे कोल, मैग्नीशियम रिबन इज रब्ड बिफोर बर्निंग बिकॉज इट हैज ए कोटिंग। ਜਿਹੜੀ मैग्नीशियम रिबन है ਉਹਨੂੰ ਕਹਿੰਦੇ ਜਲਾਉਣ ਤੋਂ ਪਹਿਲਾਂ, ਜਦੋਂ ਆਪਾਂ मैग्नीशियम रिबन ਨੂੰ ਜਲਾਉਂਦੇ ਹਾਂ ਉਸ ਤੋਂ ਪਹਿਲਾਂ ਕੀ ਹੈ ਉਹਨੂੰ ਸਾਫ਼ ਕੀਤਾ ਜਾਂਦਾ ਹੈ, ਰਬ ਕੀਤਾ ਜਾਂਦਾ ਹੈ। की रीजन है क्यों उन्होंने पहला रब किया जाता है, डायरेक्ट क्यों नहीं जलाई जाती। ऑप्शन ए है जी कि उस दे उत्ते एक कोट हुंदा है मैग्नीशियम ऑक्साइड का। ऑप्शन बी है जी ओदे उत्ते जेड़ा बेसिक मैग्नीशियम कार्बोनेट दी कोट हुंदी है। ऑप्शन सी है जी ओदे उत्ते बेसिक मैग्नीशियम सल्फाइड दी कोट हुंदी है। ऑप्शन डी है जी ओदे ऊपर बेसिक मैग्नीशियम क्लोराइड दी कोट हुंदी है। इन्हां विचों किस दी परत है जेड़ी ओदे ऊपर हुंदी है, जिस कारण की जेड़ा है उस नूं आपां जलाउण तो पहला की है जी रब करते हाँ। मैग्नीशियम रिबन जी है जी जलाउण तो पहला रब की जाती है, उस दे पीछे रीजन की है क्यों उस नूं जलाउण तो पहला आपां रब करते हाँ। तो देखो जी जी मैग्नीशियम है जी आ की है जी एक रिएक्टिव मेटल है। मैग्नीशियम की है जी साडे कोल एक तरह की रिएक्टिव मेटल हैगी है जिहड़ी कि क्रियाशील धातु है। मैग्नीशियम की है जी साडे कोल एक क्रियाशील धातु है। ठीक है जी, अपने को क्रियाशील धातु है, ਇਹਦੇ ਲਈ ਆ ਕੇ ਜੀ ਆਕਸੀਜਨ ਨਾਲ ਕਿਰਿਆ ਕਰਦੀ ਹੈ। ਕਿਸ ਨਾਲ ਕਿਰਿਆ ਕਰਦੀ ਹੈ ਜੀ, ਆਕਸੀਜਨ ਨਾਲ ਕਿਰਿਆ ਕਰ ਲੈਂਦੀ ਹੈ। ਮੈਗਨੀਸ਼ੀਅਮ ਕੀ ਹੈ ਜੀ क्रियाशील धातु है ਤੇ ਹਵਾ ਦੇ ਵਿੱਚ ਮੌਜੂਦ ਆਕਸੀਜਨ ਨਾਲ ਕਿਰਿਆ ਕਰ ਲੈਂਦੀ ਹੈ। ਤੇ ਜਦੋਂ ਇਹ ਆਕਸੀਜਨ ਨਾਲ ਕਿਰਿਆ ਕਰਦੀ ਹੈ ਤਾਂ ਕੀ ਬਣ ਜਾਂਦੀ, ਬੇਸਿਕ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। मैग्नीशियम ऑक्साइड बनता है तो इसे मैग्नीशियम ऑक्साइड ਨੂੰ ਪਹਿਲਾਂ रब करके साफ किया जाता है। इसे मैग्नीशियम ऑक्साइड ਨੂੰ ਕੀ ਹੈ ਜੀ ਆਪਾਂ रब करके पहला साफ करते हाँ, फिर ਜਿਹੜਾ ਉਸ ਨੂੰ ਜਲਾਇਆ ਜਾਂਦਾ है। ਤੇ ऑप्शन नंबर ए ਜਿਹੜੀ ਸਾਡੇ ਕੋਲ ਇਸ ਦੀ ਕਰੈਕਟ ਆਪਸ਼ਨ ਹੋਵੇਗੀ। ਹੁਣ ਵਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਅ ਪੈਸੇਂਜਰ ਇਨ ਅ ਮੂਵਿੰਗ ਟ੍ਰੇਨ ਟੋਸ ਅ ਕੁਆइन which fall behind him। ਕਹਿੰਦਾ ਇੱਕ ਪੈਸੇਂਜਰ ਹੈ, ਉਹਨੇ ਕੀ ਕੀਤਾ, ਇੱਕ ਕੁਆइन ਜਿਹੜਾ ਹੈ ਉਹ ਟੋਸ ਕੀਤਾ। ਉਹਨੇ ਕੀ ਕੀਤਾ, ਇੱਕ ਕੁਆइन ਨੂੰ ਟੋਸ ਕੀਤਾ, ਪਰ ਕੁਆइन ਕੀ ਹੈ ਜੀ ਉਸ ਦੇ ਪਿੱਛੇ ਨੂੰ ਜਾ ਕੇ ਗਿਰਿਆ। ਇਹ ਜੀ ਪਿੱਛੇ ਨੂੰ ਵਾਸਤੇ ਜਾ ਕੇ ਗਿਰਿਆ ਤਾਂ ਕਹਿੰਦਾ ਜਿਹੜਾ ਟ੍ਰੇਨ ਦਾ ਮੋਸ਼ਨ ਆ ਉਹ ਕਿਵੇਂ ਦਾ ਹੋਏਗਾ। ਹੁਣ ਦੇਖੋ ਜੀ ਇੱਥੇ ਗੱਲ ਹੋ ਰਹੀ ਹੈ ਜੜਤਾ ਦੀ। ਜੜਤਾ ਦੇ ਨਿਯਮ ਦਾ ਆਪਾਂ ਨੂੰ ਪਤਾ ਲੱਗੇਗਾ ਕਿ ਟ੍ਰੇਨ ਦਾ ਮੋਸ਼ਨ ਕਿਵੇਂ ਹੋਏਗਾ। ਹੁਣ ਕੁਆइन ਚ ਕੀ ਸੀ, ਜੜਤਾ। ਉਹ ਆਪਣੀ ਗਤੀ ਵਿੱਚ ਰਹਿਣਾ ਚਾਹੁੰਦਾ ਸੀ। ਉਹ ਗਤੀ ਚ ਜਿੰਨੀ ਗਤੀ ਪਹਿਲਾਂ ਸੀ ਉਸੇ ਚ ਰਹਿਣਾ ਚਾਹੁੰਦਾ ਸੀ। ਜਿੰਨੀ ਪਹਿਲਾਂ ਟ੍ਰੇਨ ਦੀ ਗਤੀ ਸੀ ਉਨੀ ਹੀ ਕੁਆइन ਦੀ ਸੀ। ਉਹ ਉਸੇ ਗਤੀ ਚ ਰਹਿ ਰਿਹਾ ਜੜਤਾ ਕਾਰਨ। बट ट्रेन की गति की है तेज होगी, एसलरेटेड है, तो ट्रेन की गति वध गई, वो जड़ता कारण सेम रही, तो वो क्या पिछे वाल डिगेगा। कुआइन फिर पिछे वाल ही डिगया ना, क्योंकि ट्रेन की है एसलरेटेड है ता पिछे वाल डिग गया। ट्रेन की गति की है धनात्मक परवेगित है, परवेगित गति है, जिस कारण ट्रेन की गति वध गई, पर जड़ता कारण जो सिक्का है उसकी गति समान रही तो वह पिछे वाल डिग गया। पिछे वाल डिग गया, इट मीनस कि ट्रेन इज एसलरेटेड है। ऑप्शन नंबर ए जी करेक्ट है, एसलरेटेड जी है होगी ट्रेन का मोशन। यूनीफॉर्म हुंदा तो सेम जगह ते डिगदा, जे ट्रेन का मोशन यूनीफॉर्म हुंदा तो सेम दोनों की गति हुंदी तो सेम ही जगह ते डिगदा। जे ट्रेन का मोशन रिटार्डेड हुंदा, जे रिटार्डेड हुंदा तो वह सिक्का अगे वल जाके डिगदा, अगे नूं वधदा, क्योंकि उसकी गति ज्यादा सी, ट्रेन की गति घट जानी सी ते जड़ता कारण उन्हें अपनी गति समान रखते हुए वह अगे वल
डिगना सी। ते हुण अपने कोल की है ट्रेन दा मोशन की है एसेलरेटेड है क्योंकि सिक्का की है पिछे वल नूं डिग गया है। ते इस क्वेश्चन दे जेहड़े अपने कोल करेक्ट ऑप्शन है वो है जी ऑप्शन नंबर ए। नेक्स्ट क्वेश्चन है जी साडे कोल कीपिंग द पोटेंशियल डिफरेंस कांस्टेंट। कहंदा पोटेंशियल डिफरेंस नूं आपां कांस्टेंट रखदे होए रेजिस्टेंस ऑफ सर्किट इज हाफ। सर्किट दी रेजिस्टेंस नूं हाफ कर दिता तां करंट कितना हो जाएगा, करंट कितना हो जाएगा। ते आपां नूं पता है जी ओम ने सानूं एक नियम दिता सी पोटेंशियल डिफरेंस करंट ते रेजिस्टेंस दे अंदर रिलेशन बना के दिता सी जिन्हों ओम्स ला कहंदे हां। की है जी साडे कोल पोटेंशियल डिफरेंस इज इक्वल टू करंट इनटू रेजिस्टेंस। पोटेंशियल डिफरेंस इज इक्वल टू करंट इनटू रेजिस्टेंस हैगा जी V इज इक्वल टू IR। हुण आपां इत्थों जे आपां करंट दा फार्मूला बनाइए ते की बनेगा, करंट बनेगा जी V अपॉन R, V अपॉन R। हुण मान लो पहला जी आ सी अपने कोल करंट, पहला पोटेंशियल डिफरेंस V सी, रेजिस्टेंस R सी, तां करंट की है I है। ठीक, हुण की कीता जी आपां पोटेंशियल डिफरेंस दा रखिया सेम पर R नु की करता हाफ, R नु हाफ करता, R2 की है जी ऊपर चला जाएगा, आके बन जाएगा 2V अपॉन R। ठीक है, हुण इस करंट तो I1 करंट जेड़ा नवा है वो की है जी दुगना है, पहला कितना सी V/R सी, हुण कितना हो गया 2V/R। तो आ की है जी जेड़ा करंट की हो जाएगा साडे कोल जी, करंट जेड़ा है डबल हो जाएगा। जो पोटेंशियल डिफरेंस कांस्टेंट है तो रेजिस्टेंस हाफ करती तो करंट की हो जाएगा जी दुगना हो जाएगा। एक ही शो करता है करंट ते रेजिस्टेंस के अंदर इनवर्स रिलेशन है, की है इनवर्स रिलेशन हैगा है। बढ़ते हैं अपने नेक्स्ट क्वेश्चन वाल। द इलेक्ट्रॉनिक कन्फिगरेशन ऑफ 3 एलिमेंट, 3 एलिमेंट की इलेक्ट्रॉनिक कन्फिगरेशन दी हुई है। कहते केड़ा कथन सही है। एक्स दी दी हुई है जी 28, वाई दी है जी 287, जेड दी है जी साडे कोल 282। पहला कहंदा पहला कथन है जी साडे कोल एक्स इज मेटल, कहंदा एक्स इज ए मेटल। पर देखो एक्स दे अंदर ऑक्टेट हो रहा पूरा साडे कोल, एक्स दे अंदर ऑक्टेट पूरा हो रहा है ना, तो इट मींस आता की है जी साडे कोल नोबल गैस हैगी एक तरह नाल की है जी, आता साडे कोल नोबल गैस दे अंदर आ जाएगी। एक्स जड़ी है मेटल नहीं है, आ की है जी नियोन हुंदी है। इधर देखो 2 ते 8 कितना बनता है 10, ते 10 नंबर ते की है जी साडे कोल नियोन है, तो इट इज नॉट ए मेटल। ठीक है जी, ऑप्शन नंबर ए तो साडे कोल जी इनकरेक्ट होगी। दूजे कहता जी वाई इज ए मेटल, देखो वाई का की बन रहा है 2 + 8 10। ठीक है जी, 10 + 7 17 आता हेलोजिन ग्रुप नाल जेडी बिलोंग करता है जी। ठीक है, इट मींस वाई भी एक मेटल नहीं है, जबकि वाई साडे कोल की है जी नॉन मेटल है। वाई की है जी साडे कोल एक नॉन मेटल है। तीजा जी 282 282 12। ठीक है जी, 12 आ गया, 12 आ गया तो आ की बनेगा अपने कोल 12 नंबर ते हुंदा है साडे कोल मैग्नीशियम जेडी की एक मेटल है। हुण की है जी एक्स नोबल गैस, वाई नॉन मेटल, जेड इज मेटल। ऑप्शन देखते हैं जी, जेड इज नॉन मेटल नहीं, वाई इज नॉन मेटल एंड जेड इज मेटल। बिल्कुल करेक्ट है जी, अपने कोल इसका आंसर होएगा जी ऑप्शन नंबर डी, वाई इज नॉन मेटल एंड जेड इज ए मेटल। वाई साडे कोल की है जी एक ऐतात है, जबकि जेड जेडी की है जी एक धातु हैगी है। 13 क्वेश्चन दी ऑप्शन नंबर डी जेडी है जी साडे कोल करेक्ट ऑप्शन बनदी है, वाई इज नॉन मेटल एंड जेड इज ए मेटल। बढ़ते हैं अपने अगले क्वेश्चन पर, क्वेश्चन नंबर 14। नोट इज ए साउंड, नोट किस प्रकार दी धुनी है। नोट इज ए साउंड ऑफ मिक्सचर ऑफ सर्वल फ्रीक्वेंसीज। कहंदा आ कई तरह दी फ्रीक्वेंसियां दा मिक्सचर है, मिश्रण है, कई तरह दी आवृत्तियां दा मिश्रण है। ऑप्शन बी है जी मिक्सचर ऑफ ओनली 2 फ्रीक्वेंसीज, सिर्फ 2 आवृत्तियां दा मिश्रण है। इज ए सिंगल फ्रीक्वेंसी, सिंगल फ्रीक्वेंसी वाली धुनी है, इको ही आवृत्ति वाली धुनी है, या फिर ऑलवेज अनप्लेजेंट टू लिसन। कहंदा हमेशा जड़ी है सुनन विच जड़ी अनप्लेजेंट लगदी है, असुखावी लगदी है। नोट जड़ी है किस तरह दी जड़ी अपने कोल साउंड है जी, तो नोट जड़ी है जी साडे कोल हुंदी है मिक्सड ऑफ सर्वल फ्रीक्वेंसीज, कई तरह दा आवृत्तियां दा मिश्रण हुंदा है, ओनू की कहंदे आ जी आपां नोट कहंदे हां। जदों अपने कोल सर्वल फ्रीक्वेंसीज दा मिक्सचर आ जाए तां आपां की कहंदे आ नोट। ते एक हुंदा जी टोन, टोन की हुंदी है जी सिंगल फ्रीक्वेंसी वाली हुंदी है, टोन की हुंदी है जी सिंगल फ्रीक्वेंसी वाली हुंदी है, ओनू कहंदे आ जी टोन।
ਤੇ ਸਰਵਲ ਫ੍ਰੀਕੁਐਂਸੀਜ਼ ਮਿਕਸਚਰ ਉਹਨੂੰ ਕੀ ਕਹਿੰਦੇ ਆ ਜੀ ਨੋਟ। ਕਈ ਤਰ੍ਹਾਂ ਦੀਆਂ ਆਵਰਤੀਆਂ ਮਿਲ ਗਈਆਂ, ਨੋਟ ਇੱਕੋ ਤਰ੍ਹਾਂ ਦੀ ਆਵਰਤੀ ਮਿਲੀ ਤਾਂ ਉਹ ਕੀ ਹੈ ਜੀ ਟੋਨ। ਇਸ ਦੀ ਕਰੈਕਟ ਆਪਸ਼ਨ ਹੈ ਜੀ ਸਾਡੇ ਕੋਲ ਆਪਸ਼ਨ ਨੰਬਰ A, ਨੋਟ ਇਜ਼ ਅ ਸਾਊਂਡ ਆਫ ਮਿਕਸਚਰ ਆਫ ਸਰਵਲ ਫ੍ਰੀਕੁਐਂਸੀਜ਼। ਨੋਟ ਜਿਹੜੀ ਹੈ ਕਈ ਤਰ੍ਹਾਂ ਦੀ ਧੁਨ ਆਵਰਤੀਆਂ ਦਾ ਮਿਸ਼ਰਣ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ ਤੁਹਾਡੇ ਸਾਹਮਣੇ, ਦੀ ਮੈਟਲਸ ਵਿਚ ਕੈਨ ਪ੍ਰੋਡਿਊਸ ਐਮਫੋਟੈਰਿਕ ਆਕਸਾਈਡ, ਕਿਹੜੀਆਂ ਧਾਤਾਂ ਐਮਫੋਟੈਰਿਕ ਆਕਸਾਈਡ ਪੈਦਾ ਕਰਦੀਆਂ ਹਨ? ਐਮਫੋਟੈਰਿਕ ਆਕਸਾਈਡ ਕਿਹੜੀਆਂ ਧਾਤਾਂ ਪੈਦਾ ਕਰਦੀਆਂ ਹਨ? ਪਹਿਲਾਂ ਤਾਂ ਦੱਸ ਦਈਏ ਜੀ ਐਮਫੋਟੈਰਿਕ ਆਕਸਾਈਡ ਕਿਹੜੇ ਹੁੰਦੇ ਨੇ? ਉਹ ਆਕਸਾਈਡ ਜਿਹੜੇ ਬੇਸ ਦੀ ਤਰ੍ਹਾਂ ਵੀ ਰਿਐਕਟ ਕਰਨ ਤੇ ਐਸਿਡ ਦੀ ਤਰ੍ਹਾਂ ਵੀ ਰਿਐਕਟ ਕਰਨ, ਉਹਨਾਂ ਨੂੰ ਕਹਿੰਦੇ ਆ ਜੀ ਐਮਫੋਟੈਰਿਕ ਆਕਸਾਈਡ। ਜਿਹੜੇ ਬੇਸ ਤੇ ਐਸਿਡ ਦੋਨਾਂ ਦੀ ਤਰ੍ਹਾਂ ਜਿਹੜੇ ਰਿਐਕਟ ਕਰਨ ਉਹਨਾਂ ਨੂੰ ਕੀ ਕਹਿੰਦੇ ਆ ਜੀ ਐਮਫੋਟੈਰਿਕ ਆਕਸਾਈਡ ਕਹਿੰਦੇ ਆ। ਤੇ ਇਹ ਜਿਹੜੇ ਮੇਨ ਸਾਡੇ ਕੋਲ ਹੁੰਦਾ ਜੀ, ਇੱਕ ਤਾਂ ਜ਼ਿੰਕ ਹੁੰਦਾ ਤੇ ਇੱਕ ਐਲੂਮੀਨੀਅਮ ਜਿਹੜਾ ਹੈ, ਇਹਨਾਂ ਦੋਨਾਂ ਦੇ ਆਕਸਾਈਡ ਜਿਹੜੇ ਆ ਐਮਫੋਟੈਰਿਕ ਆਕਸਾਈਡ ਹੁੰਦੇ ਨੇ, ਜ਼ਿੰਕ ਅਤੇ ਐਲੂਮੀਨੀਅਮ। ਪਹਿਲੇ ਆਪਸ਼ਨ ਹੈ ਜੀ ਸੋਡੀਅਮ ਐਂਡ ਐਲੂਮੀਨੀਅਮ, ਨੋ। ਦੂਜੀ ਹੈ ਜ਼ਿੰਕ ਐਂਡ ਪੋਟਾਸ਼ੀਅਮ, ਨੋ। ਜ਼ਿੰਕ ਦੀ ਜ਼ਰੂਰ ਹੁੰਦੀ ਹੈ ਪਰ ਪੋਟਾਸ਼ੀਅਮ ਦੀ ਨਹੀਂ ਹੁੰਦੀ। ਐਲੂਮੀਨੀਅਮ ਦੀ ਹੁੰਦੀ ਹੈ ਪਰ ਸੋਡੀਅਮ ਦੀ ਨਹੀਂ ਹੁੰਦੀ। ਕੈਲਸ਼ੀਅਮ, ਨੋ। ਸੋਡੀਅਮ, ਨੋ। ਡੀ ਆਪਸ਼ਨ ਹੈ ਸਾਡੇ ਕੋਲ ਐਲੂਮੀਨੀਅਮ ਐਂਡ ਜ਼ਿੰਕ, ਬਿਲਕੁਲ ਸਹੀ ਜੀ। ਕਰੈਕਟ ਆਨਸਰ ਹੈ ਸਾਡੇ ਕੋਲ ਆਪਸ਼ਨ ਨੰਬਰ ਡੀ। ਐਲੂਮੀਨੀਅਮ ਤੇ ਜ਼ਿੰਕ ਜਿਹੜੀ ਹੈ ਧਾਤਾਂ ਹੈ, ਉਹਨਾਂ ਦੇ ਆਕਸਾਈਡ ਜਿਹੜੇ ਆ ਐਮਫੋਟੈਰਿਕ ਹੁੰਦੇ ਨੇ। ਉਹ ਜਿਹੜੀ ਹੈ ਐਸਿਡ ਦੀ ਤਰ੍ਹਾਂ ਵੀ ਕੰਮ ਕਰਦੇ ਨੇ ਤੇ ਨਾਲ ਦੀ ਨਾਲ ਬੇਸ ਦੀ ਤਰ੍ਹਾਂ ਵੀ ਰਿਐਕਟ ਕਰਦੇ ਹਨ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਦੀ ਨੰਬਰ ਆਫ ਇਲੈਕਟ੍ਰੋਨਸ ਇਨ ਆਇਨ Y2 plus is 10। ਕਹਿੰਦਾ Y2 plus ਜਿਹੜਾ ਹੈ ਇਹਦੇ ਅੰਦਰ ਜਿਹੜਾ ਹੈ ਐਲੀਮੈਂਟ ਦੇ ਅੰਦਰ 10 ਇਲੈਕਟ੍ਰੋਨ ਨੇ। 2 ਪੋਜ਼ਿਟਿਵ ਚਾਰਜ ਹੈ ਤਾਂ 10 ਇਲੈਕਟ੍ਰੋਨ ਹੈਗੇ ਨੇ। ਐਟੋਮਿਕ ਨੰਬਰ ਆਫ Y ਕੀ ਹੋਵੇਗਾ? ਹੁਣ ਦੇਖੋ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਸਿੰਪਲ ਟੂ ਕੰਪਲੈਕਸ ਜਾਂਦੇ ਹਾਂ, ਸੌਖੇ ਤੋਂ ਔਖੇ ਜਾਂਦੇ ਤਾਂ ਉਲਟਾ ਕੰਮ ਹੁੰਦਾ ਹੈ। ਪਰ ਇੱਥੇ ਕੀ ਆ ਕੰਪਲੈਕਸ ਨੰਬਰ ਹੈ, ਕੰਪਲੈਕਸ ਜਿਹਾ ਵਰਡ ਦਿਖ ਰਿਹਾ ਨਾ, ਉਸ ਤੋਂ ਸਧਾਰਨ ਜਾਂਦੇ ਆ ਤਾਂ ਜਿਵੇਂ ਦਾ ਇੱਥੇ ਸਾਈਨ ਹੈ ਉਹੀ ਕਰਨਾ ਹੁੰਦਾ ਹੈ। ਤੇ ਆਪਣੇ ਕੋਲ ਇਹਦੇ ਅੰਦਰ 10 ਇਲੈਕਟ੍ਰੋਨ ਨੇ ਤੇ Y ਦੇ ਅੰਦਰ ਕਿੰਨੇ ਹੋਣਗੇ ਜੀ 12 ਹੋਣਗੇ। ਨੋਰਮਲ ਆਇਨ ਆ ਕੋਈ ਆਇਨ ਨਹੀਂ ਹੈ ਤਾਂ ਇਲੈਕਟ੍ਰੋਨ ਤੇ ਪ੍ਰੋਟੋਨ ਬਰਾਬਰ ਹੋਣਗੇ। ਇਹਦੇ ਲਈ Y ਦਾ ਐਟੋਮਿਕ ਨੰਬਰ ਕੀ ਹੋਏਗਾ ਜੀ ਸਾਡੇ ਕੋਲ 12 ਹੋਏਗਾ। Y ਦਾ ਐਟੋਮਿਕ ਨੰਬਰ ਕੀ ਹੈ ਜੀ 12 ਹੋਏਗਾ। ਦੂਜੀ ਨੋਰਮਲ ਲੈਂਗੁਏਜ ਦੱਸਦਾ, ਕਹਿੰਦਾ Y ਦੇ ਕੋਲ 2 ਪੋਜ਼ਿਟਿਵ ਚਾਰਜ ਹੈ ਤਾਂ 10 ਇਲੈਕਟ੍ਰੋਨ ਹੈ। ਇਟ ਮੀਨਸ ਇਹਦੇ ਕੋਲ ਇਸ ਤੋਂ 2 ਜ਼ਿਆਦਾ ਪ੍ਰੋਟੋਨ ਹੈਗੇ ਨੇ। ਤਾਂ Y ਕੋਲ ਪ੍ਰੋਟੋਨ ਕਿੰਨੇ ਨੇ 12 ਨੇ। ਆਪਾਂ ਨੂੰ ਪਤਾ ਨਾ ਪ੍ਰੋਟੋਨ ਦੇ ਸਕਦੇ ਆ ਨਾ ਲੈ ਸਕਦੇ ਹਾਂ, ਇਸ ਲਈ ਇਹਦਾ ਐਟੋਮਿਕ ਨੰਬਰ ਵੀ ਕੀ ਹੈ 12 ਹੈਗਾ ਹੈ। ਤੇ ਇਸ ਦੀ ਆਪਸ਼ਨ ਨੰਬਰ B ਜਿਹੜੀ ਹੈ ਸਾਡੇ ਕੋਲ ਕੀ ਹੈ ਜੀ ਕਰੈਕਟ ਆਪਸ਼ਨ ਹੈ। Y2 plus ਆਇਨ ਕੋਲ ਜੇ 10 ਇਲੈਕਟ੍ਰੋਨ ਨੇ ਤਾਂ Y ਕੋਲ ਜਿਹੜਾ Y ਦਾ ਐਟੋਮਿਕ ਨੰਬਰ ਕੀ ਹੋਏਗਾ ਜੀ ਸਾਡੇ ਕੋਲ 12 ਹੋਏਗਾ, 12 ਹੋਵੇਗਾ। ਵਧਦੇ ਆਪਣੇ ਅੱਜ ਦੇ ਅਗਲੇ ਕੁਐਸਚਨ ਵੱਲ ਜੀ। ਅਗਲਾ ਕੁਐਸਚਨ ਹੈ ਜੀ ਸਾਡੇ ਕੋਲ, ਬ੍ਰੀਥਿੰਗ ਇਜ਼ ਕੰਟਰੋਲ ਬਾਈ ਵਿਚ ਪਾਰਟ ਆਫ ਬ੍ਰੇਨ। ਜਿਹੜੀ ਸਾਹ ਕਿਰਿਆ ਹੈ ਉਹ ਦਿਮਾਗ ਦੇ ਕਿਸ ਹਿੱਸੇ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ? ਸਾਹ ਕਿਰਿਆ ਦਿਮਾਗ ਦੇ ਕਿਸ ਹਿੱਸੇ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ? ਸਾਹ ਕਿਰਿਆ ਨੂੰ ਦਿਮਾਗ ਦਾ ਕਿਹੜਾ ਭਾਗ ਜਿਹੜਾ ਹੈ ਕੰਟਰੋਲ ਕਰਦਾ ਹੈ? ਆਪਸ਼ਨ A ਹੈ ਜੀ ਸੈਰੀਬਰਮ, ਆਪਸ਼ਨ B ਹੈ ਸੈਰੀਬਲਮ, ਆਪਸ਼ਨ C ਹੈ ਹਾਈਪੋਥੈਲਮਸ, ਆਪਸ਼ਨ D ਹੈ ਮੈਡੂਲਾ ਓਬਲੀਗੇਟਾ। ਤਾਂ ਸਾਰੇ ਜਿਹੜੇ ਤੁਸੀਂ ਜਾਣਦੇ ਹੋ ਕਿ ਜਿਹੜੀ ਰੈਸਪੀਰੇਸ਼ਨ ਦੀ ਪ੍ਰਕਿਰਿਆ ਹੈ ਉਹ ਮੈਡੂਲਾ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ। ਜਿਹੜਾ ਮੈਡੂਲਾ ਓਬਲੀਗੇਟਾ ਹੈ ਉਹ ਜਿਹੜੀ ਹੈ ਸਾਹ ਕਿਰਿਆ ਨੂੰ ਕੰਟਰੋਲ ਕਰਦਾ ਹੈ। ਤੁਸੀਂ ਸਾਰਿਆਂ ਨੇ ਕਮੈਂਟ ਸੈਕਸ਼ਨ 'ਚ ਦੱਸਣਾ ਹੈ ਮੈਡੂਲਾ ਕਿਹੜੇ ਦਿਮਾਗ ਦਾ ਹਿੱਸਾ ਹੈ? ਮੱਧ ਦਿਮਾਗ ਦਾ ਹਿੱਸਾ ਹੈ, ਅਗਲੇ ਦਿਮਾਗ ਦਾ ਹਿੱਸਾ ਹੈ ਜਾਂ ਪਿਛਲੇ ਦਿਮਾਗ ਦਾ ਹਿੱਸਾ ਹੈ? ਦਿਮਾਗ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜੀ, ਫੋਰ ਬ੍ਰੇਨ, ਮਿਡ ਬ੍ਰੇਨ ਐਂਡ ਹਿੰਡ ਬ੍ਰੇਨ। ਇਹਨਾਂ ਵਿੱਚੋਂ ਕਿਹੜੇ ਦਾ ਹਿੱਸਾ ਜਿਹੜਾ ਹੈ ਮੈਡੂਲਾ ਓਬਲੀਗੇਟਾ ਹੁੰਦਾ ਹੈ? ਮੈਡੂਲਾ ਕਿਹੜੇ ਦਿਮਾਗ ਦਾ ਹਿੱਸਾ ਹੈ ਜਿਹੜਾ ਕਿ ਸਾਹ ਕਿਰਿਆ ਤੇ ਕੰਟਰੋਲ ਕਰਦਾ ਹੈ? ਵਧਦੇ ਹਾਂ ਜੀ ਆਪਣੇ ਅੱਜ ਦੇ ਅਗਲੇ ਕੁਐਸਚਨ ਵੱਲ। ਕੁਐਸਚਨ ਨੰਬਰ 18 ਹੈ ਜੀ ਸਾਡੇ ਕੋਲ, ਮਾਈਕਰੋ ਆਰਗੇਨਿਜ਼ਮ which bring about soil nutrient enrichment। ਕਹਿੰਦਾ ਉਹ ਮਾਈਕਰੋ ਆਰਗੇਨਿਜ਼ਮ ਜਿਹੜਾ ਸੋਇਲ ਨਿਊਟ੍ਰੀਐਂਟ enrichment ਲਿਆਂਦਾ ਹੈ, ਸੋਇਲ ਦੇ ਅੰਦਰ ਨਿਊਟ੍ਰੀਐਂਟਸ ਨੂੰ ਇਨਰਿਚ ਕਰਦਾ ਹੈ, ਉਹ ਕਿਹੜਾ ਮਾਈਕਰੋ ਆਰਗੇਨਿਜ਼ਮ ਹੈਗੀ ਹੈ ਜੀ? ਮੈਨਿਓਰਸ, ਫਰਟੀਲਾਈਜ਼ਰ, ਬਾਇਓ ਫਰਟੀਲਾਈਜ਼ਰ ਜਾਂ ਕੰਪੋਸਟ। ਇਹਨਾਂ ਵਿੱਚੋਂ ਕੀ ਹੈ ਜੀ ਮੈਨਿਓਰ, ਫਰਟੀਲਾਈਜ਼ਰ, ਬਾਇਓ ਫਰਟੀਲਾਈਜ਼ਰ ਜਾਂ ਕੰਪੋਸਟ। ਹੁਣ ਦੇਖੋ ਇਹਨਾਂ ਨੇ ਗੱਲ ਕੀਤੀ ਹੈ ਮਾਈਕਰੋ ਆਰਗੇਨਿਜ਼ਮ ਦੀ। ਮਾਈਕਰੋ ਆਰਗੇਨਿਜ਼ਮ ਕੀ ਹੁੰਦੇ ਜੀ ਸਾਡੇ ਕੋਲ ਬਾਇਓ ਫਰਟੀਲਾਈਜ਼ਰ ਹੁੰਦੇ ਨੇ ਜਿਹੜੇ ਕਿ ਸੋਇਲ ਇਨਰਿਚਮੈਂਟ ਵਿੱਚ ਮਦਦ ਕਰਦੇ ਨੇ। ਤੇ ਦੀ ਕਰੈਕਟ ਆਪਸ਼ਨ ਹੈ ਜੀ ਸਾਡੇ ਕੋਲ ਸੀ ਬਾਇਓ ਫਰਟੀਲਾਈਜ਼ਰ। ਬਾਇਓ ਫਰਟੀਲਾਈਜ਼ਰ ਕੀ ਹੁੰਦੇ ਨੇ? ਬੈਕਟੀਰੀਆ ਹੁੰਦੇ ਨੇ ਕਈ ਤਰ੍ਹਾਂ ਦੇ, ਬਲੂ ਗ੍ਰੀਨ ਐਲਗੀ, ਫੰਗੀ, ਇਹ ਸਾਰੇ ਕੀ ਹੈ ਜੀ ਬਾਇਓ ਫਰਟੀਲਾਈਜ਼ਰ ਹੁੰਦੇ ਨੇ ਸਾਡੇ ਕੋਲ। ਇਹ ਸਾਰੇ ਕੀ ਨੇ ਬਾਇਓ ਫਰਟੀਲਾਈਜ਼ਰ ਹੈਗੇ ਹਨ।
इसदी करेक्ट ऑप्शन है साडे कोल ऑप्शन नंबर सी बायो फर्टिलाइजर। नेक्स्ट क्वेश्चन है साडे कोल असेक्सुअल रिप्रोडक्शन इज अलिंगी जनन है। अलिंगी जनन है की है जी अलिंगी जनन की है जी। ऑप्शन ए है जी फ्यूजन ऑफ स्पेशलाइज्ड सेल, स्पेशल सेलों का फ्यूजन होना। ऑप्शन बी है जी ए मेथड बाय विच ऑल टाइप ऑफ ऑर्गेनिज्म रिप्रोड्यूस, एक तरह का मेथड है जिस तरह हर एक तरह के जेडे है बाकी ऑर्गेनिज्म रिप्रोड्यूस करते हैं आपके प्रजनन करते हैं। ऑप्शन सी है जी ए मेथड ऑफ प्रोड्यूसिंग जेनेटिकली आइडेंटिकल ऑफस्प्रिंग, कहते एक मेथड है जिस तरह जेनेटिकली सेम जेडे है ऑफस्प्रिंग पैदा होंगे ने, माता पिता के लगभग सेम जेडे है ऑफस्प्रिंग पैदा होंगे ने। ऑप्शन नंबर डी है जी ए मेथड इन विच मोर देन वन पेरेंट आर इन्वॉल्व, कहते जी एक मेथड है जिस दे अंदर एक तो ज्यादा पेरेंट जेडे है वो इन्वॉल्व होंगे हैं। केड़ा जेड़ा अलिंगी जनन बारे सही है? पहला तो जी बिल्कुल ही गलत है ए फ्यूजन। फ्यूजन जेड़ा है जी सैक्सुअल रिप्रोडक्शन च हुंदी है, लिंगी जनन च हुंदी है, ना कि अलिंगी जनन दे अंदर हुंदी है। जेड़ी अलिंगी जनन है इहदे अंदर साडे कोल की हुंदा है जी फ्यूजन हुंदी है, फ्यूजन ना कि फ्यूजन, खंडन हुंदा है। ऑप्शन नंबर बी है जी ए मेथड बाय विच ऑल टाइप ऑफ ऑर्गेनिज्म, एक तरह की प्रक्रिया जिस तरह सारे प्रोड्यूस रिप्रेजेंट करते हैं। बिल्कुल गलत जी, सारे इस तरह नहीं करते। ऑप्शन नंबर सी है जी ए मेथड प्रोड्यूसिंग जेनेटिकली आइडेंटिकल ऑफस्प्रिंग, कहंदा अपने वर्गे ही जी पैदा करते हैं। हाँ जी आ ऑप्शन साडे कोल बिल्कुल सही है। अलिंगी जनन दे अंदर जेडे है ऑफस्प्रिंग हुंदे ने ना वो पेरेंट सेल दे समान ही हुंदे ने, पेरेंट सेल दे वर्गे ही हुंदे ने, आइडेंटिकली हुंदे ने। देखो आ अमीबा है जी, अमीबा दो भागां च टुट गया, आपदे वर्गे ही दो पार्ट किते। इसी तरह जिवें लिस्मेनिया उन्हां दे अंदर रीजनरेशन हुंदी है वो आपदे वर्गे ही पार्ट्स च टुटदे ने, ताकि है जी वो जेनेटिकली आइडेंटिकल ऑफस्प्रिंग पैदा करते हैं। डी ऑप्शन भी देखते हैं ए मेथड इन विच मोर देन वन पेरेंट, बिल्कुल गलत। अलिंगी जनन लई आपां नूं एक ही पेरेंट की लोड़ हुंदी है, तो इसदी ऑप्शन नंबर सी जिहड़ी है जी साडे कोल करेक्ट बनदी है अलिंगी जनन लई। नेक्स्ट क्वेश्चन है जी विच ऑफ फॉलोइंग इज इनकरेक्ट पेयर, केड़ा जोड़ा गलत है? केड़ा जोड़ा इन्हां विचों गलत है जी? पहला है जी क्लोरोप्लास्ट किचन ऑफ सेल, बिल्कुल सही। क्लोरोप्लास्ट जेहड़े सेल दी किचन नूं कहंदे ने, इन्हां दे अंदर क्लोरोफिल हुंदी है। ऑप्शन बी है माइटोकॉन्ड्रिया पावर हाउस ऑफ सेल, बिल्कुल सही। माइटोकॉन्ड्रिया नूं पावर हाउस ऑफ सेल कहंदे हां क्योंकि ये पूरे सेल नूं एनर्जी दिंदा है कादे रूप विच? एटीपी दे रूप विच। एटीपी दी फुल फॉर्म की है जी एडिनोसाइन ट्राइफॉस्फेट, एडिनोसाइन ट्राइफॉस्फेट, एडिनोसाइन ट्राइफॉस्फेट। तीजा जी लाइजोसोम सेक्रेटरी ग्रेन्यूल्स, न्यूक्लियस ब्रेन ऑफ सेल, आ भी सही है जी, बट लाइजोसोम जेडे है वो सेक्रेटरी ग्रेन्यूल्स नहीं हुंदे, इन्हां नूं सुसाइडल बैग कहंदे आ। इन्हां दे अंदर जेड़ा है पाचक रस हुंदा है, डाइजेस्टिव एंजाइम हुंदे ने। ते ऑप्शन नंबर सी जेडी है जी इहदी गलत इनकरेक्ट पेयर है, तो इसदा टिक करेक्ट आंसर है जी ऑप्शन नंबर सी। आ सी जी साडे कोल अज दे टॉप 20 क्वेश्चन। होप है कि तुहानू सारे नौ क्वेश्चन जेडे वधिया लगे होणगे। प्लीज वीडियो नू जेड़ा लाइक ते शेयर जरूर करियो। अज दी वीडियो दे अंदर तुहानू शायद थोड़ी बहुत बैक साउंड सुनने नू मिलेगी, ਉਹ ਸਾਊਂਡ ਜਿਹੜੀ ਹੈ ਨੈਕਸਟ ਵੀਡੀਓ 'ਚ ਆਪਾਂ ਜਿਹੜੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਥੈਂਕਸ ਐਂਡ ਹੈਵ ਅ ਨਾਈਸ ਡੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਇਸ ਦਾ ਫਾਇਦਾ ਉਠਾ ਸਕਣ।